ਤਰੀਏ ਗੁਰ ਵਿਚਾਰ ਨਾਨਕ ਬੇੜੀ ਸੱਚ ਕੀ ਤਰੀਏ ਗੁਰ ਵਿਚਾਰ। ਸਾਡੇ ਘਰਾਂ ਵਿੱਚ ਬਾਣੀ ਵੀ ਪਈ ਹੈ, ਅਸੀਂ ਫਿਰ ਵੀ ਪੜ੍ਹਨ ਨੂੰ ਤਿਆਰ ਨਹੀਂ, ਇੰਨੇ ਆਲਸੀ ਹੋ ਗਏ ਆ। ਇਹ ਮਾਇਆ ਦਾ ਪ੍ਰਭਾਵ ਹੀ ਹੈ। ਤਾਂ ਹੀ ਗੁਰੂ ਅਰਜਨ ਦੇਵ ਮਹਾਰਾਜ ਜੀ ਬੇਨਤੀ ਕਰਦੇ ਨੇ, ਹੈ ਕੋਈ ਐਸਾ ਹੋਮੈ ਤੋਰੈ ਇਸ ਮਿੱਠੀ ਤੇ ਇਹ ਮਨ ਹੋ ਰਿਹਾ। ਇਹ ਜਿਹੜਾ ਮੇਰਾ ਮਨ ਜਿਹੜਾ ਮਾਇਆ ਨੇ ਮੋਹ ਲਿਆ, ਇਸ ਨੂੰ ਕੋਈ ਰੋਕ ਸਕੇ, ਮੈਂ ਇਹਦੇ ਤੋਂ ਬਚ ਸਕਾਂ। ਕਿੰਨੇ ਮਾਇਆ ਦੇ ਉਪਰਾਲੇ ਕਿਤੇ ਹੋਣਗੇ। ਜਹਾਂਗੀਰ ਨੇ ਕਿ ਤੂੰ ਕੀ ਚਾਹੁੰਦਾ ਹੈ, ਕਿੰਨੀ ਕੁ ਰਾਜ ਭਾਗ ਰਾਜ ਚਾਹੁੰਦਾ ਹੈ, ਕਿੰਨੀ ਫੌਜ ਚਾਹੁੰਦਾ ਹੈ, ਕਿੰਨੀ ਜ਼ਮੀਨ ਚਾਹੁੰਦਾ ਹੈ, ਪਰ ਗੁਰਦੇਵ ਨੇ ਸਭ ਨਿਸ਼ਾਵਰ ਕਰਦੇ ਹੋਏ ਕੇਵਲ ਇੱਕ ਅਕਾਲ ਪੁਰਖ ਤੇ ਇੱਕ ਗੁਰੂ ਦੀ ਆਰਾਧਨਾ ਦੇ ਵਿੱਚ ਜੁੜੇ ਨੇ। ਸਾਨੂੰ ਗੁਰਦੇਵ ਨੇ ਬਾਣੀ ਵਿੱਚ ਬਾਰ-ਬਾਰ ਕਿਹਾ ਹੈ, ਐਸਾ ਗੁਰੂ ਹੈ, ਐਸੀ ਸਾਧ ਸੰਗਤ। ਪਰ ਗੱਲ ਕੀ ਹੈ, ਤੈਨੂੰ ਕਰਮ ਚੰਗੇ ਕਰਨੇ ਪੈਣਗੇ, ਤੈਨੂੰ ਜ਼ਿੰਦਗੀ ਦੇ ਵਿੱਚ ਨਾਮ ਸਿਮਰਨ ਕਰਨਾ ਪਏਗਾ, ਆਪਾ ਭਾਵ ਗਵਾਉਣਾ ਪਏਗਾ, ਤਾਂ ਤੇਰੀ ਜ਼ਿੰਦਗੀ ਦੇ ਵਿੱਚ ਖੇਡ ਸ਼ੁਰੂ ਹੋਏਗੀ, ਤਾਂ ਤੇਰਾ ਜੀਵਨ ਬਦਲੇਗਾ। ਗੁਰਦੇਵ ਗੁਰੂ ਮਹਾਰਾਜ ਸਾਹਿਬ ਜੀ ਦੀ ਬਾਣੀ ਦੇ ਬਚਨ ਨੇ, ਕਹਿੰਦੇ ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਗੁਰੂ ਬਿਨਾ ਸੁਰਤੀ ਨਹੀਂ, ਗੁਰੂ ਬਿਨਾ ਗਿਆਨ ਨਹੀਂ, ਗੁਰੂ ਬਿਨਾ ਸਿੱਧੀ ਨਹੀਂ, ਗੁਰੂ ਬਿਨਾ ਮੁਕਤੀ ਨਹੀਂ। ਜੇ ਇਸ ਮਾਇਆ ਤੋਂ ਮੁਕਤ ਹੋਣਾ ਚਾਹਨਾ ਤਾਂ ਸੱਚੇ ਗੁਰੂ ਦੀ ਟੇਕ ਲੈ। ਸੱਚਾ ਗੁਰੂ ਮਿਲੇਗਾ ਕਿੱਥੋਂ ਜੀ? ਜਿਹਨੂੰ ਮਿਲਿਆ ਹੋਇਆ ਉਹਦਾ ਨਾਮ ਚੇਤ ਆਉਂਦਾ ਹੈ, ਉਹ ਗੁਰੂ ਹੈ। ਉਹ ਗੁਰੂ ਕਿਹੜਾ ਹੈ? ਗੁਰੂ ਗ੍ਰੰਥ ਸਾਹਿਬ ਹੈ, ਜਿਹਦੀ ਅਸੀਂ ਬਾਣੀ ਪੜ੍ਹ ਕੇ ਆਪਣੇ ਜੀਵਨ ਨੂੰ ਸ਼ਿੰਗਾਰਨਾ ਹੈ। ਜਿਵੇਂ ਕਿ ਸਵਾਲ ਕੀਤਾ, ਹੈ ਕੋਈ ਐਸਾ ਹੋਮੈ ਤੋਰੈ? ਪਾਰੋ ਜੁਲਕਾ ਜੀ ਆਏ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ ਕੋਲ, ਕਹਿੰਦੇ ਸਤਿਗੁਰ ਸੱਚੇ ਪਾਤਸ਼ਾਹ ਜੀ, ਹੈ ਕੋਈ ਐਸਾ ਕਿ ਜਿਹੜਾ ਪਰਮਹੰਸ ਦੀ ਅਵਸਥਾ ਰੱਖਦਾ ਹੋਵੇ? ਪਰਮਹੰਸ ਦੀ। ਸਤਿਗੁਰ ਜੀ ਗੁਰੂ ਮਹਾਰਾਜ ਜੀ ਕਹਿੰਦੇ ਹਾਂ ਹੈਨ, ਪਰ ਸਮਾਂ ਪੈ ਕੇ ਤੈਨੂੰ ਪਤਾ ਚੱਲ ਜਾਏਗਾ। ਪਾਰੋ ਜੁਲਕਾ ਸੰਗਤ ਕਰਦਾ ਗੁਰੂ ਘਰ ਦੇ ਵਿੱਚ, ਜੀਵਨ ਤਬਦੀਲ ਹੁੰਦਾ ਹੈ। ਇਹਨਾਂ ਕੁ ਜੀਵਨ ਤਬਦੀਲ ਹੁੰਦਾ ਹੈ, ਗੁਰੂ ਕੇ ਨਾਮ ਬਾਣੀ ਨਾਲ ਜੁੜਦਾ ਹੈ, ਗੁਰੂ ਕੀ ਨਾਮ ਸਿਮਰਨੀ ਨਾਲ ਜੁੜਦਾ ਹੈ, ਤੇ ਪਾਰੋ ਜੁਲਕਾ ਇਹਨਾਂ ਕੁ ਗਿਆਨ, ਇਹਨਾਂ ਕੁ ਵਾਸੀ ਬਣ ਜਾਂਦਾ ਹੈ। ਕਹਿੰਦੇ ਜਿਵੇਂ ਕਿ ਸਤਿਗੁਰ ਜੀ ਬਚਨ ਕਰਦੇ ਸਨ, ਉਹਦੇ ਨਾਮ ਦੇ ਵਿੱਚ ਜੁੜ, ਉਹਦੇ ਸਿਮਰਨ ਦੇ ਵਿੱਚ ਜੁੜ, ਤੇ ਫਿਰ ਤੇਰੇ ਆਪਣੇ ਜੀਵਨ ਦੇ ਵਿੱਚੋਂ ਹੀ ਤੈਨੂੰ ਪਰਮਹੰਸੀ ਪ੍ਰਾਪਤ ਹੋਏਗੀ। ਕਹਿੰਦਾ ਗੁਰੂ ਜੀ ਮੈਨੂੰ ਫਿਰ ਵੀ ਦੱਸੋ ਕਿ ਕਿਸ ਤਰ੍ਹਾਂ ਦਾ ਪਰਮਹੰਸ ਦੀ ਅਵਸਥਾ ਕਿਹੋ ਜਿਹੀ ਹੁੰਦੀ ਹੈ। ਭਾਈ ਗੁਰਦਾਸ ਜੀ ਦਾ ਅਸੀਂ ਬਚਨ ਪੜ੍ਹਦੇ ਹਾਂ, ਕਹਿੰਦੇ ਇਹ ਮਾਇਆ ਦੇ ਵਿੱਚੋਂ ਨਿਕਲਣ ਵਾਸਤੇ, ਸੱਚੇ ਗੁਰੂ ਦੀ ਟੇਕ ਲੈਣ ਦੇ ਵਿੱਚੋਂ ਭਾਈ ਗੁਰਦਾਸ ਜੀ ਨੇ ਬੜੇ ਕਮਾਲ ਦੇ ਬਚਨ ਰੱਖੇ ਨੇ। ਕਹਿੰਦੇ ਪਰਮਹੰਸ ਹੁੰਦਾ ਕੀ ਹੈ? ਆਪ ਜੀ ਨੇ ਇੱਕ ਬਿੱਤ ਸੁਣਿਆ ਵੀ ਹੋਏਗਾ, ਮਾਨ ਸਰ ਹੰਸ ਸਾਧ ਸੰਗਤ ਪਰਮਹੰਸ। ਕਹਿੰਦੇ ਮਾਨ ਸਰ ਸਰੋਵਰ ਦੇ ਉੱਤੇ ਹੰਸ ਇਕੱਤਰਤ ਹੁੰਦੇ ਨੇ, ਇਕੱਠੇ ਹੁੰਦੇ ਨੇ। ਗੁਰੂ ਅਮਰਦਾਸ ਮਹਾਰਾਜ ਜੀ ਬਚਨ ਕਰਦੇ ਸੀ ਪਾਰੋ ਜੁਲਕਾ ਨੂੰ। ਕਹਿੰਦੇ ਪਰਮਹੰਸ ਦੀ ਪਰਿਭਾਸ਼ਾ ਇਹ ਹੈ ਕਿ ਜਿਹੜੇ ਸੱਚੇ ਗੁਰੂ ਦੀ ਟੇਕ ਲੈਂਦੇ ਨੇ, ਜਿਹੜੇ ਸੱਚੇ ਗੁਰੂ ਦਾ ਆਸਰਾ ਲੈਂਦੇ ਨੇ, ਜਿਹੜੇ ਮਾਇਆ ਦੇ ਰੂਪ ਤੋਂ ਬਚਦੇ ਨੇ, ਉਹ ਸੱਚੀ ਸੰਗਤ ਕਰਦੇ ਨੇ। ਜਿਨ੍ਹਾਂ ਦਾ ਜੀਵਨ ਨਖੇਧ ਹੋਵੇ ਤੇ ਉਹ ਸੰਗਤ ਕਰ ਕਰਕੇ ਆਪਣੇ ਜੀਵਨ ਨੂੰ ਗੁਰਮੁਖਾਂ ਵਾਲਾ ਬਣਾ ਲੈਂਦੇ ਨੇ। ਜਿਵੇਂ ਮਾਨਸਰ ਸਰੋਵਰ ਦੇ ਉੱਤੇ ਹੰਸ ਇਕੱਠੇ ਹੁੰਦੇ ਨੇ, ਤੇ ਕਹਿੰਦੇ ਸਾਧੂ ਤੇ ਭਲੇ ਪੁਰਸ਼ ਗੁਰੂ ਕੀ ਸੰਗਤ ਵਿੱਚ ਇਕੱਠੇ ਹੁੰਦੇ ਨੇ। ਮਾਨਸਰ ਹੰਸ ਸਾਧ ਸੰਗਤ ਪਰਮ ਹੰਸ, ਧਰਮ ਤੁਜਾ ਧਰਮਸ਼ਾਲਾ ਚੱਲਿਆ ਵਹੀ।
ਉਤ ਮੁਕਤਾਹਲ ਆਹਾਰ ਦੁਤੀਆ ਨਾਸਤ। ਕਹਿੰਦੇ ਮਾਨਸਰ ਸਰੋਵਰ ਦੇ ਉੱਤੇ ਸੱਚੇ ਮੋਤੀ ਚੁਗਦੇ ਨੇ, ਕਿਹੜੇ? ਹੰਸ। ਤੇ ਕਹਿੰਦੇ ਇੱਥੇ ਗੁਰੂ ਕਾ ਸਿਖੜਾ, ਗੁਰੂ ਕਾ ਸਾਧ ਭਲਾ ਮਨੁੱਖ ਆ ਕੇ ਗੁਰਬਾਣੀ ਪੜ੍ਹਦਾ ਸੰਗਤ ਵਿੱਚ, ਗੁਰਬਾਣੀ ਦਾ ਗਿਆਨ ਲੈਂਦਾ ਹੈ। ਤੇ ਕਹਿੰਦੇ ਉਤ ਖੀਰ ਨੀਰ ਨਿਰਵਾਰੋ ਕੈ ਬਖਾਨਿਤ ਇਤ ਗੁਰਮਤ ਦੁਰਮਤ ਸਮਝਾਵਈ। ਕਹਿੰਦੇ ਉੱਥੇ ਹੰਸ ਮਾਨ ਸਰੋਵਰ ਤੇ ਬੈਠਾ ਹੋਇਆ ਜਦੋਂ ਸੱਚੇ ਮੁੱਤੀ ਚੁਗਦਾ, ਕਹਿੰਦੇ ਦੁੱਧ ਵੱਖਰਾ ਤੇ ਪਾਣੀ ਵੱਖਰਾ ਕਰ ਲੈਂਦਾ। ਉਹਦੀ ਚੁੰਝ ਦੇ ਵਿੱਚ ਇਹ ਜਿਹਾ ਗਿਆਨ ਸਤਿਗੁਰ ਨੇ ਭਰਿਆ, ਇਹ ਜਿਹਾ ਉਹਦੇ ਅੰਦਰ ਇੱਕ ਕਲਾ ਵਰਤੀ ਹੈ। ਤੇ ਕਹਿੰਦੇ ਤੇਰੇ ਜੀਵਨ ਵਿੱਚ ਵੀ ਇਸੇ ਤਰ੍ਹਾਂ ਕਲਾ ਵਰਤ ਜਾਏਗੀ, ਤੇਰੇ ਜੀਵਨ ਦਾ ਵੀ ਉਧਾਰ ਹੋ ਜਾਏਗਾ ਜਦੋਂ ਸੱਚੇ ਗੁਰੂ ਕੀ ਟੇਕ ਲੈ ਕੇ, ਸੱਚੇ ਗੁਰੂ ਕਾ ਆਸਰਾ ਲੈ ਕੇ ਗੁਰਬਾਣੀ ਪੜ੍ਹੇਗਾ। ਤੈਨੂੰ ਗੁਰਮਤ ਦਾ ਤੇ ਦੁਰਮਤ ਦਾ ਨਖੇੜਾ ਕਰਨਾ ਆ ਜਾਏਗਾ ਕਿ ਇਹ ਜੀਵਨ ਵਿੱਚ ਗੁਰਮਤ ਵਾਲੀ ਗੱਲ ਹੈ, ਇਹ ਮੇਰੇ ਲਈ ਦੁਰਮਤ ਵਾਲੀ ਗੱਲ ਹੈ, ਮਾੜੀ ਗੱਲ ਹੈ। ਕਹਿੰਦੇ ਉਤ ਬਗ ਹੰਸ ਬੰਸ ਬਗੁਲਾ ਨਾ ਮੇੜ ਸਕੈ। ਕਹਿੰਦੇ ਉਧਰੋਂ ਜਿਹੜਾ ਬਗਲਾ ਹੈ ਤੇ ਹੰਸ ਹੈ ਉਹਦੇ ਵਿੱਚ ਭੇਦ ਕੋਈ ਨਹੀਂ, ਆਕਾਰ ਹੈ, ਰੂਪ ਹੈ, ਨੈਣ ਇੱਕੋ ਜਿਹੇ ਨੇ, ਪੈਰ ਇੱਕੋ ਨੇ, ਖੰਭ ਇੱਕੋ ਹੈ, ਰੰਗ ਇੱਕੋ ਜਿਹਾ ਹੈ। ਪਰ ਜਿਹੜਾ ਇੱਥੇ ਗੁਰੂ ਕਾ ਸਿਖੜਾ ਆਉਂਦਾ ਹੈ, ਕਹਿੰਦੇ ਉਹਦੀ ਬਿਰਤੀ ਕਾਵਾਂ ਵਰਗੀ ਵੀ ਹੋਵੇ, ਕਾਂ ਬਿਰਤੀ ਤੋਂ ਵੀ ਗੁਰੂ ਜੀ ਉਹਨੂੰ ਹੰਸ ਬਣਾ ਦਿੰਦੇ ਨੇ। ਏਡਾ ਇਹ ਪਰਮ ਹੰਸ ਦੀ ਅਵਸਥਾ ਜਿਹੜੀ ਹੈ, ਇਹ ਭਗਤ ਗੁਰਦਾਸ, ਭਾਈ ਗੁਰਦਾਸ ਜੀ ਆਪਣੇ ਇਸ ਕਵਿਤ ਵਿੱਚ ਵਰਣਨ ਕਰਦੇ ਨੇ। ਦੁਬਾਰਾ ਫਿਰ ਅਸੀਂ ਇਸ ਬਚਨ ਨੂੰ ਸਰਵਣ ਕਰੀਏ। ਮਾਨਸਰ ਹੰਸ ਸਾਧ ਸੰਗਤ ਪਰਮ ਹੰਸ, ਧਰਮ ਤੁਜਾ ਧਰਮਸ਼ਾਲਾ ਚਲੇ ਆਵਹੀ। ਉਤ ਮੁਕਤਾਹਲ ਆਹਾਰ ਦੁਤੀਆ ਨਾਤਸ, ਇਤ ਗੁਰ ਸ਼ਬਦ ਸੁਰਤ ਲੀ ਵਿਲਾਵਈ। ਉਤ ਕਾਗ ਪਾਗ ਸਮ ਰੂਪ ਕੈ ਮਿਲਾਵ, ਇਤ ਗੁਰਮਤਿ ਦੁਰਮਤਿ ਸਮਝਾਵਈ। ਕਹਿੰਦੇ ਇੱਥੇ ਗੁਰੂ ਦੀ ਏਡੀ ਕੋ ਬਖਸ਼ਿਸ਼ ਹੋਈ ਹੈ ਕਿ ਕਾਂ ਬਿਰਤੀ ਤੋਂ ਵੀ ਉਹਨੂੰ ਹੰਸ ਬਿਰਤੀ ਬਣਾ ਦਿੱਤਾ। ਪਾਰੋ ਜੁਲਕਾ, ਕਹਿੰਦੇ ਅਬਦੁੱਲਾ ਨਾਂ ਦਾ ਇੱਕ ਮੁਸਲਮਾਨ ਜਲੰਧਰੋਂ ਫੌਜ ਲੈ ਕੇ ਜਦੋਂ ਬਿਆਸ ਦੇ ਕਿਨਾਰੇ ਤੇ ਬੈਠਦਾ ਹੈ, ਤੀਸਰੇ ਪਾਤਸ਼ਾਹ ਜੀ ਵੇਲੇ ਇੰਨਾ ਕੁ ਪ੍ਰੇਮਾਂ ਵਿੱਚ ਭਿੱਜ ਚੁੱਕਾ ਹੈ, ਇੰਨੇ ਕੁ ਨਾਮ ਦੇ ਨਾਲ ਜੁੜ ਚੁੱਕਾ ਹੈ, ਇੰਨੀ ਕੁ ਭਾਵਨਾ ਵਾਲਾ ਹੈ ਕਿ ਰੋਜ਼ ਦਾ ਘੋੜੇ ਦੇ ਉੱਤੇ ਚੜ੍ਹ ਕੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਗੋਇੰਦਵਾਲ ਦੀ ਧਰਤੀ ਤੇ ਜਾਂਦਾ ਹੈ। ਤੇ ਜਾਂਦਿਆਂ ਜਾਂਦਿਆਂ ਬਿਆਸਾ ਵੀ ਬਹੁਤ ਚੱਲਦੀ ਹੈ ਤੇ ਘੋੜੇ ਦੇ ਉੱਤੇ ਚੜ੍ਹਦਾ ਹੋਇਆ, ਪਾਣੀ ਨੂੰ ਚੀਰਦਾ ਹੋਇਆ ਗੁਰਦੇਵ ਮਹਾਰਾਜ ਜੀ ਦੇ ਦਰਸ਼ਨ ਕਰਨ ਨੂੰ ਜਾਂਦਾ ਹੈ। ਤੇ ਕਹਿੰਦੇ ਉਹ ਤੀਸਰੇ ਪਾਤਸ਼ਾਹ ਜੀ ਨੂੰ ਮੱਥਾ ਟੇਕ ਕੇ ਵਾਪਸ ਹੁੰਦਾ ਹੈ। ਤੇ ਅਬਦੁੱਲਾ ਜਲੰਧਰ ਤੋਂ ਆਇਆ ਹੋਇਆ ਹਾਕਮ, ਕਹਿੰਦੇ ਜਦੋਂ ਉਹ ਫੌਜਾਂ ਲੈ ਕੇ ਵਾਪਸ ਨੂੰ ਜਾ ਰਿਹਾ ਸੀ ਤੇ ਕਹਿੰਦੇ ਹੈਰਾਨ ਹੁੰਦਾ ਕਿ ਏਡੀ ਬਿਆਸਾ ਨਦੀ ਦੇ ਵਿੱਚੋਂ ਇਹ ਸਿੱਖ ਕਿਵੇਂ ਘੋੜੇ ਰਾਹੀਂ ਪਾਣੀ ਨੂੰ ਚੀਰਦਾ ਹੋਇਆ ਕਿੱਥੇ ਗਿਆ ਤੇ ਵਾਪਸ ਵੀ ਆਇਆ। ਫਿਰ ਜਦੋਂ ਵਾਪਸ ਆਉਣ ਵੇਲੇ, ਮਾਫ ਕਰੇ, ਜਦੋਂ ਮੱਥਾ ਟੇਕ ਕੇ ਵਾਪਸ ਆਉਂਦਾ, ਇਹ ਪਾਰੋ ਜੁਲਕਾ ਰੋਕਿਆ ਜਾਂਦਾ ਹੈ। ਕਹਿੰਦੇ ਤੈਨੂੰ ਡਰ ਨਹੀਂ ਲੱਗਦਾ? ਤੂੰ ਕਿਹੜੇ ਗੁਰੂ ਦੀ ਸੰਗਤ ਕਰਦਾ, ਕਿਹੜੇ ਗੁਰੂ ਦਾ ਸਹਾਰਾ ਲੈਣਾ, ਕਿਹੋ ਜਿਹਾ ਤੇਰੇ ਅੰਦਰ ਗਿਆਨ ਹੈ, ਡਰ ਨਹੀਂ ਹੈ? ਕਹਿੰਦੇ ਮੇਰੇ ਅੰਦਰ ਸੱਚੇ ਗੁਰੂ ਦੀ ਟੇਕ ਹੈ, ਮੇਰੀ ਜ਼ਿੰਦਗੀ ਦੇ ਵਿੱਚ ਕੋਈ ਡਰ ਨਾਂ ਦੀ ਚੀਜ਼ ਨਹੀਂ। ਇਹ ਦਾਤਾਂ ਮੈਨੂੰ ਸੱਚੇ ਗੁਰਦੇਵ ਗੁਰੂ ਅਮਰਦਾਸ ਮਹਾਰਾਜ ਜੀ ਦੇ ਕੋਲੇ ਦਾਤਾਂ ਮਿਲੀਆਂ ਹਨ। ਸੋ ਜਦੋਂ ਇੰਨਾ ਕੁ ਪ੍ਰਭਾਵਿਤ ਹੁੰਦਾ ਗੱਲਾਂ ਸੁਣ ਕੇ ਇਹ ਅਬਦੁੱਲਾ, ਜਿਹੜੀਆਂ ਆਪਣੀਆਂ ਫੌਜਾਂ ਨੇ ਉਹਨਾਂ ਦੀ ਕਮਾਨ ਆਪਣੇ ਪੁੱਤਰ ਨੂੰ ਦੇ ਕੇ ਫਿਰ ਇਹ ਅਮਰਦਾਸ ਮਹਾਰਾਜ ਜੀ ਦੇ ਦਰਸ਼ਨ ਕਰਨ ਨੂੰ ਜਾਂਦਾ ਹੈ ਤੇ ਉੱਥੇ ਰਹਿ ਕੇ ਗੁਰਦੇਵ ਮਹਾਰਾਜ ਜੀ ਦੇ ਕੋਲੋਂ ਦਾਤਾ ਨਾਮਤੀਆਂ ਲੈਂਦਾ ਹੈ, ਲੰਗਰ ਵਿੱਚ ਸੇਵਾ ਕਰਦਾ ਹੈ ਤੇ ਅੱਲਾ ਅੱਲਾ ਕਰਦਾ ਹੈ। ਵੇਖੋ ਇੱਥੇ ਗੁਰਦੇਵ ਨੇ ਕਿਹੋ ਜਿਹੀ ਸ਼ਖਸੀਅਤ ਵਰਤਾਈ ਹੋਏਗੀ, ਕਿਹੋ ਜਿਹੀਆਂ ਸ਼ਖਸੀਅਤਾਂ ਨੇ ਕਿ ਜੇ ਕੋਈ ਰਾਮ ਕਹਿਣ ਵਾਲਾ ਹੈ ਉਹ ਰਾਮ ਵੀ ਕਹਿ ਰਿਹਾ ਹੈ। ਧੱਕਾ ਨਹੀਂ ਹੈ ਕਿ ਗੁਰਬਾਣੀ ਪੜ੍ਹ, ਪਰ ਰਾਹ ਸਚਾਈ ਦਾ ਦੱਸਿਆ। ਜੇ ਕੋਈ ਅੱਲਾ ਕਹਿੰਦਾ ਹੈ ਉਹਨੂੰ ਕਹਿ ਤੂੰ ਅੱਲਾ ਕਹਿ, ਤੈਨੂੰ ਅੱਲਾ ਵੀ ਮੁਬਾਰਕ ਹੈ, ਪਰ ਨਾਮ ਸਿਮਰਨ ਭਜਨ ਸੰਗਤ ਤੇ ਕਿਰਦਾਰ ਗੁਰੂ ਕੇ ਸਿੱਖੜਿਆਂ ਦਾ ਵੇਖ ਕੇ ਇਹ ਅਬਦੁੱਲਾ ਬਹੁਤ ਪ੍ਰਭਾਵਿਤ ਹੁੰਦਾ ਹੈ। ਸਤਿਗੁਰੂ ਜੀ ਇਹ ਦਾਤਾ ਸਾਡੇ ਅੰਦਰ ਵੀ ਵਰਤਾ ਦੇਣ। ਅਸੀਂ ਬਾਣੀ ਰੋਜ਼ ਦਾ ਪੜ੍ਹਦੇ ਹਾਂ,
ਅਸੀਂ ਇਤਿਹਾਸ ਦੀਆਂ ਕਹਾਣੀਆਂ ਪੜ੍ਹਦੇ ਸੁਣਦੇ ਆ। ਸਾਡੇ ਕੋਲ ਚੈਨਲ ਨੇ ਟੀਵੀ ਦੇ, ਹਰੇਕ ਘਰ ਵਿੱਚ ਟੀਵੀ ਚੈਨਲ ਹੈ, ਅਨੇਕਾਂ ਚੈਨਲ ਨੇ ਧਾਰਮਿਕ ਦੇ, ਪਰ ਫਿਰ ਵੀ ਕਿਤੇ ਨਾ ਕਿਤੇ ਅਸੀਂ ਜੀਵਨ ਤੋਂ ਬੇਵਸ ਹਾਂ। ਸਾਡੇ ਘਰ ਵਿੱਚ ਕਲੇਸ਼ ਹੈ, ਸਾਡੇ ਘਰ ਵਿੱਚ ਦੁੱਖ ਨੇ। ਇਹ ਦੁੱਖ ਤਾਂ ਨੇ ਕਿਉਂਕਿ ਬਾਣੀ ਪੜ੍ਹਦੇ ਤਾਂ ਹਾਂ, ਪਰ ਉਸ ਨੂੰ ਕਦੀ ਸੁਣਿਆ ਤੇ ਵਿਚਾਰਿਆ ਨਹੀਂ। ਇੱਥੇ ਗੁਰਦੇਵ ਜੀ ਪਹਿਲੀ ਉਦਾਹਰਨ ਵਿੱਚ ਬੇਨਤੀ ਕਰਦੇ ਪਏ ਨੇ, ਇਹ ਹੋਇਆ ਤਾਂ ਹੈ ਅਗਿਆਨੀ ਮਾਨੁਖ ਭਇਆ। ਸਾਡੀ ਜ਼ਿੰਦਗੀ ਦੇ ਵਿੱਚ ਅਗਿਆਨ ਹੀ ਹੈ। ਕਹਿੰਦੇ ਜੋ ਮਾਨੁਖ ਭਰਿਆ, ਜੋ ਨਾਹੀ ਸੋ ਲੋੜੈ, ਜਿਹੜੇ ਚੀਜ਼ ਦੀ ਲੋੜ ਨਹੀਂ, ਜਿਹੜੀ ਚੀਜ਼ ਦੀ ਲੋੜ ਹੀ ਨਹੀਂ ਉਹਨੂੰ ਇਕੱਠਿਆਂ ਕਰੀ ਬੈਠਾ ਹੈ, ਤੇ ਜਿਹੜੀ ਚੀਜ਼ ਦੀ ਲੋੜ ਹੈ ਉਹਨੂੰ ਇਕੱਠਿਆਂ ਨਹੀਂ ਕਰਦਾ। ਭਗਤ ਕਬੀਰ ਜੀ ਨੇ ਬਚਨ ਰੱਖੇ ਨੇ, ਕਹਿੰਦੇ ਮਨ ਦੇ ਵਿੱਚ ਇਹ ਖਿਆਲ ਲੈ ਕੇ ਤੁਰਦਾ, ਬਹੁ ਪਰਪੰਚ ਕਰ ਪਰ ਧਨ ਲਿਆਵੇ। ਜਿਹੜੀ ਚੀਜ਼ ਦੀ ਲੋੜ ਨਹੀਂ ਉਹਨੂੰ ਇਕੱਠਿਆਂ ਕਰੀ ਬੈਠਾ ਹੈ, ਜਿਹੜੀ ਚੀਜ਼ ਦਾ ਕੋਈ ਖਾਸ ਮਤਲਬ ਨਹੀਂ ਰੱਖਦਾ ਉਹਨੂੰ ਘਰ ਵਿੱਚ ਜੋੜੀ ਜਾਂਦਾ ਹੈ। ਇਹ ਆਪਾਂ ਨੂੰ ਪਤਾ ਹੈ। ਅਸੀਂ ਘਰ ਨੂੰ ਸਵਾਰਨ ਵਾਸਤੇ, ਸ਼ਿੰਗਾਰਨ ਵਾਸਤੇ ਕਿਹੋ ਜਿਹੇ ਪਦਾਰਥ ਲੈ ਕੇ ਆਨੇ ਆ, ਕੀ ਇਕੱਠੇ ਕਰਦੇ ਆ, ਤੇ ਫਿਰ ਹੋ ਸਕੇ ਅਸੀਂ ਪਦਾਰਥਾਂ ਦੇ ਵਿੱਚ ਇੰਨੇ ਖਚਤ ਹੋ ਜਾਂਦੇ ਆ ਕਿ ਬਾਹਰ ਆਪਣੀ ਜ਼ਿੰਦਗੀ ਵਿੱਚ ਦੇਖਦੇ ਹੀ ਨਹੀਂ ਕਿ ਕਿਹੜੀ ਚੀਜ਼ ਨਾਲ ਸੁੱਖ ਹੈ ਤੇ ਕਿਹਦੇ ਨਾਲ ਦੁੱਖ ਹੈ। ਗੁਰਦੇਵ ਜੀ ਬਾਣੀ ਵਿੱਚ ਜਿੱਥੇ ਇੱਥੇ ਸਾਨੂੰ ਬਚਨ ਕਰ ਰਹੇ ਨੇ, ਅਗਿਆਨੀ ਮਾਨੁਖ ਭਇਆ ਜੋ ਨਾਹੀ ਸੋ ਲੋੜੈ। ਭਗਤ ਕਬੀਰ ਜੀ ਕਹਿੰਦੇ ਬਹੁ ਪਰਪੰਚ ਕਰ ਪਰਤਨ ਲਿਆਵੇ, ਸੁਧ ਦਾਰਾ ਪੇ ਆਨ ਲਟਾਵੇ। ਮਨ ਮੇਰੇ ਭੂਲੇ ਕਪਟ ਨਾ ਕੀਜੈ, ਅੰਤ ਨਵੇਰਾ ਤੇਰਾ ਜੀ ਪੈ ਲੀਜੈ। ਛਿਨ ਛਿਨ ਤਨ ਛਿਜੈ, ਜਰਾ ਜਨਾਵੇ, ਤਬ ਤੇਰੀ ਓਕ ਕੋਈ ਪਾਣੀਓ ਨਾ ਪਾਵੇ। ਕਹਿਤ ਕਬੀਰ ਕੋਈ ਨਹੀਂ ਤੇਰਾ, ਹਿਰਦੈ ਨਾਮ ਸਮਾਰ ਸਵੇਰਾ। ਇਹ ਪੰਕਤੀ ਭਾਵੇਂ ਕਿਸੇ ਹੋਰ ਸ਼ਬਦ ਦੀ ਹੋਵੇ, ਪਰ ਗੁਰਦੇਵ ਨੇ ਕਿਹਾ ਇੱਕ ਗੱਲ ਆਪਣੇ ਮਨ ਵਿੱਚ ਚੇਤ ਰੱਖ। ਭਗਤ ਕਬੀਰ ਜੀ ਕਹਿੰਦੇ ਆਪਣੇ ਮਨ ਦੇ ਵਿੱਚ ਇਹ ਗੱਲ ਬੰਨ ਲਿਆ ਕਿ ਛਿਨ ਛਿਨ, ਖਿਨ ਖਿਨ ਕਰਕੇ, ਹੌਲੀ ਹੌਲੀ ਕਰਕੇ ਤੇਰਾ ਜਿਹੜਾ ਸਰੀਰ ਹੈ ਇਹ ਬੁਢੇਪੇ ਨੇ ਖਾ ਲਿਆ, ਜਵਾਨੀ ਨੇ ਖਾ ਲਿਆ, ਫਿਰ ਬਾਅਦ ਚ ਬਜ਼ੁਰਗੀ ਵਿੱਚ ਆ ਕੇ ਤੇਰਾ ਸਰੀਰ ਜਿਹੜਾ ਇੱਕ ਮੰਜੇ ਦਾ ਮੁਹਤਾਜੀ ਬਣ ਜਾਂਦਾ ਹੈ। ਹੌਲੀ ਹੌਲੀ ਕਰਕੇ ਆਪਣੀ ਜ਼ਿੰਦਗੀ ਨੂੰ ਤੂੰ ਅਜਾਈ ਗਵਾ ਰਿਹਾ। ਕਹਿੰਦੇ ਅਗਿਆਨੀ ਮਾਨੁਖ ਭਇਆ ਜੋ ਨਾਹੀ ਸੋ ਲੋੜੈ। ਉਹ ਕੀ ਚੀਜ਼ ਨੂੰ ਇਕੱਠਾ ਕਰਦਾ ਪਿਆ ਜਿਹਦੀ ਲੋੜ ਨਹੀਂ। ਸੈਸ ਖਟੇ ਲੱਖ ਕੋ ਉਟਤਾਵੇ, ਤ੍ਰਿਪਤ ਨਾ ਆਵੇ, ਮਾਇਆ ਪਾਛੇ ਪਾਵੇ। ਕਹਿੰਦੇ ਹਜ਼ਾਰਾਂ ਇਕੱਠੇ ਕਰਦਾ ਤੇ ਲੱਖਾਂ ਦੀ ਰਾਤ ਨੂੰ ਸੁਪਨੇ ਲੈਂਦਾ। ਅੱਜ ਮੈਨੂੰ 1000 ਹੋਏ ਨੇ, ਸਵੇਰੇ ਮੈਨੂੰ ਲੱਖਾਂ ਹੋਣ, ਰਾਤੀ ਸੁਪਨੇ 'ਚ ਬੈਠਿਆ ਪਲੈਨਿੰਗ ਕਰੀ ਜਾਂਦਾ ਬੰਦਾ। ਮਹਾਰਾਜ ਜੀ ਨੇ ਬਾਣੀ ਵਿੱਚ ਤਾਂ ਹੀ ਬਚਨ ਰੱਖੇ ਨੇ, ਕਹਿੰਦੇ ਅਗਿਆਨੀ, ਅਗਿਆਨ ਤੋਂ ਹੀਣਾ। ਇੱਕ ਹੁੰਦਾ ਹੈ ਗਿਆਨੀ, ਇੱਥੇ ਲਫ਼ਜ਼ ਹੈ ਅਗਿਆਨੀ। ਇੱਕ ਹੈ ਗਿਆਨ, ਇੱਕ ਹੈ ਅਗਿਆਨ। ਇੱਕ ਹੈ ਸੰਗਤ, ਇੱਕ ਹੈ ਕੁਸੰਗਤ। ਇੱਕ ਹੈ ਸੁਹਾਗਣ, ਇੱਕ ਹੈ ਦੁਹਾਗਣ। ਇੱਕ ਹੈ ਕਰੂਪ, ਇੱਕ ਹੈ ਸਰੂਪ। ਇੱਕ ਹੈ ਸੁਲੱਖਣੀ, ਇੱਕ ਹੈ ਕੁਲੱਖਣੀ। ਇਹ ਬਾਣੀ ਵਿੱਚ ਸਾਨੂੰ ਦੁਰਮਤ ਗੁਰਮਤ ਅਜਿਹੇ ਲਫ਼ਜ਼ ਸਾਨੂੰ ਬਹੁਤ ਮਿਲਣਗੇ ਜਿਹੜੇ ਗੁਰਦੇਵ ਨੇ ਇਸ ਬੰਦੇ ਨੂੰ ਸੇਧ ਦੇਣ ਵਾਸਤੇ ਆਪਣੀ ਕੀਮਤੀ ਬਾਣੀ ਵਿੱਚ ਬਚਨ ਰੱਖੇ ਨੇ। ਕਹਿੰਦੇ ਅਗਿਆਨੀ ਮਾਨੁਖ ਭਇਆ ਜੋ ਨਾਹੀ ਸੋ ਲੋੜੈ। ਜਿਹੜੀ ਚੀਜ਼ ਇਹਨੇ ਇਕੱਠੀ ਕਰਨੀ ਸੀ ਉਹ ਇਕੱਠੀ ਨਹੀਂ ਕੀਤੀ। ਭਗਤ ਕਬੀਰ ਜੀ ਨੇ ਤਾਂ ਇਸ ਭੋਲੇ ਜਿਹੇ ਮਨੁੱਖ ਨੂੰ ਸਮਝਾਉਣ ਲਈ ਕੀ ਕਿਹਾ, ਕਹਿੰਦੇ ਕਬੀਰ ਕੋਡੀ ਕੋਡੀ ਜੋਰ ਕੈ, ਜੋਰਿਓ ਲਾ ਕਰੋੜ, ਨਹੀਂ ਪਟਨ ਨਹੀਂ ਪਾਰਕੂ ਨਹੀਂ ਗਾਹਕ ਨਹੀਂ ਮੋਲ। ਕਹਿੰਦੇ ਇਹਦਾ ਮੁੱਲ ਹੀ ਕੋਈ ਨਹੀਂ, ਇਹਦਾ ਕੋਈ ਗਾਹਕ ਹੀ ਨਹੀਂ। ਕਰੋੜਾਂ ਤੂੰ ਇਕੱਠੇ ਕਰੀ ਜਾ, ਲੱਖਾਂ ਇਕੱਠੇ ਕਰੀ ਜਾ, ਪਰ ਭਗਤ ਜਿਹੜੇ ਨੇ ਉਹ ਇਸ ਚੀਜ਼ ਨੂੰ ਅਹਿਮੀਅਤ ਨਹੀਂ ਦਿੰਦੇ। ਉਹ ਕਹਿੰਦੇ ਭਗਤ ਕਿਹੜੇ ਹੋਏ ਨੇ? ਜਿਹੜੇ ਮਾਨੁਖ, ਜਿਹੜੇ ਭਗਤ ਇਸ ਮਾਇਆ ਦੀ ਪਰਵਾਹ ਨਹੀਂ ਕਰਦੇ। ਛੋਟੇ ਸਾਹਿਬਜ਼ਾਦਿਆਂ ਦਾ ਆਪਾਂ ਜੀਵਨ ਸਰਵਣ ਕਰਦੇ ਹਾਂ, ਉਹਨਾਂ ਦੀਆਂ ਸਾਖੀਆਂ ਇਤਿਹਾਸ ਪੜ੍ਹਦੇ ਹਾਂ। 9 ਸਾਲ ਦੀ ਤੇ 11 ਸਾਲ ਦੀ ਉਮਰ ਕੀ ਹੈ? ਵਿਦਵਾਨਾਂ ਨੇ ਤਾਂ 7 ਸਾਲ ਦੀ ਤੇ 9 ਸਾਲ ਦੀ ਕਿਹਾ। 7 ਸਾਲ 9 ਸਾਲ ਤੇ 5 ਸਾਲ 7 ਸਾਲ ਮਾਫ ਕਰਨਾ, ਮੈਂ 9 ਤੇ 11 ਸਾਲ ਕਹਿ ਬੈਠਾ। 7 ਤੇ 9 ਸਾਲ ਦੀ ਉਮਰ,
ਵੇਖੋ ਕਿੰਨੇ ਉਹਨਾਂ ਨੂੰ ਲਾਲਚ ਦਿੱਤੇ ਗਏ ਹੋਣਗੇ, ਕਿੰਨਾ ਕੁ ਉਹਨਾਂ ਨੂੰ ਮਾਇਆ ਨਾਲ ਭਰਮਾਇਆ ਹੋਏਗਾ, ਕਿੰਨੇ ਉਹਨਾਂ ਨੂੰ ਸ਼ੋਹਰਤ ਦਾ ਕਿਆ ਹੋਏਗਾ। ਪਰ ਨਹੀਂ, ਕਹਿੰਦੇ ਸਾਨੂੰ ਸਤਿਗੁਰ ਸੱਚੇ ਗੁਰੂ ਦਾ ਗਿਆਨ, ਜੋ ਮੇਰੀ ਦਾਦੀ ਅੰਮਾ, ਮੇਰੇ ਦਾਦਾ ਜੀ ਨੇ, ਮੇਰੇ ਪਿਤਾ ਗੁਰੂ ਜੀ ਨੇ, ਸਾਡੀ ਮਾਤਾ ਜੀ ਨੇ ਜੋ ਦਿੱਤਾ ਹੈ, ਇਹ ਤਾਂ ਅਗਿਆਨੀ ਧਨ ਹੈ, ਇਹ ਤਾਂ ਕੱਚਾ ਧਨ ਹੈ। ਜਿਨ੍ਹਾਂ ਨੂੰ ਮੂਰਖ ਇਹਨਾਂ ਦੇ ਪ੍ਰਤੀ ਤਾਂ ਡੁੱਲ ਸਕਦੇ ਨੇ, ਪਰ ਜਿਹੜੇ ਗੁਰ ਸਿੱਖੜੇ ਨੇ ਉਹ ਇਹਨਾਂ ਮਾਇਆ ਦੀ ਪਰਵਾਹ ਨਹੀਂ ਕਰਦੇ, ਕਿਉਂਕਿ ਰਹਿਣ ਅੰਧਾਰੀ ਕਾਰੀਆਂ ਕਵਨ ਜੁਗਤ ਜਿਤ ਭੋਰੈ। ਉਹਨਾਂ ਦਾ ਜੀਵਨ ਜਿਹੜਾ ਅੰਧੇਰੇ ਵਿੱਚ ਹੈ, ਉਹਨਾਂ ਦਾ ਜੀਵਨ ਜਿਹੜਾ ਹੈ ਅਗਿਆਨਤਾ ਵਿੱਚ ਹੈ। ਕਹਿੰਦੇ ਭ੍ਰਮ ਤੋਂ ਹਾਰਿਆ, ਅਨਕ ਵਿਧੀ ਕਰ ਟੋਰੈ। ਭੱਜਦਿਆਂ ਠੇਡੇ ਠੋਕੜੇ ਖਾਂਦਿਆਂ ਹੋਇਆਂ, ਕਦੀ ਕਿਸੇ ਬਾਬੇ ਕੋਲ, ਕਦੀ ਕਿਸੇ ਬਾਬੇ ਕੋਲ, ਭ੍ਰਮ ਤੋਂ ਹਾਰਿਆ, ਹਾਰ ਗਿਆ, ਟੁੱਟ ਗਿਆ। ਕਹਿੰਦੇ ਅਨਕ ਵਿਧੀ ਕਰ ਟੋਰੈ, ਅਨੇਕਾਂ ਵਿਧੀਆਂ ਕਰਕੇ, ਅਨੇਕਾਂ ਯਤਨ ਕਰਕੇ ਟੁੱਟ ਗਿਆ। ਹੁਣ ਬੜਾ ਕੁਛ ਕੀਤਾ। ਇਤਿਹਾਸ ਵਿੱਚ ਪੜ੍ਹਦੇ ਹਾਂ ਆਪਾਂ ਪਿੱਛੇ, ਬਾਣੀ ਵਿੱਚ ਵੀ ਇਹ ਹਵਾਲੇ ਮਿਲਦੇ ਨੇ। ਬੰਦੇ ਨੇ ਰੱਬ ਨੂੰ ਪਾਉਣ ਦੇ ਵਾਸਤੇ, ਇਸ ਮਾਇਆ ਤੋਂ ਛੁਟਕਾਰਾ ਪਾਉਣ ਵਾਸਤੇ ਆਪਣੇ ਘਰ ਤਿਆਗਿਆ, ਪਰਿਵਾਰ ਤਿਆਗਿਆ, ਜੰਗਲਾਂ ਵਿੱਚ ਜਾ ਕੇ ਬਹਿ ਗਿਆ। ਕਹਿੰਦੇ ਜਤੀ ਹੋਇਆ, ਜੋਗੀ ਬਣਿਆ, ਸਤੀ ਹੋਇਆ। ਕਹਿੰਦੇ ਵਰਤ ਰੱਖੇ, ਯੱਗ ਕੀਤੇ, 64 ਕੀਤੇ, ਹੈਵਰ ਗੈਵਰ ਤਿਆਗੇ, ਜ਼ਿੰਦਗੀ ਨੂੰ ਨਿਸ਼ਾਵਰ ਕਰ ਦਿੱਤਾ, ਆਰੇ ਨਾਲ ਚਰਵਾ ਲਿਆ, ਪਰ ਮਾਇਆ ਤੋਂ ਬਚ ਨਾ ਸਕਿਆ। ਗੁਰਦੇਵ ਜੀ ਕਹਿੰਦੇ ਅਨੇਕ ਵਿਧੀ ਕਰ ਟੋਰੈ, ਅਨੇਕਾਂ ਯਤਨਾਂ ਵਿਧੀਆਂ ਕੀਤੀਆਂ, ਪਰ ਮਨ ਟਿਕਿਆ ਨਹੀਂ। ਕਹਿੰਦੇ ਕਹੋ ਨਾਨਕ ਕਿਰਪਾ ਪਈ। ਨਾਨਕ ਜੀ ਆਖਦੇ ਨੇ, ਕਹਿੰਦੇ ਕਿਰਪਾ ਪਈ, ਉਦੋਂ ਤੇਰੀ ਦਾਤਾ ਜੀ ਕਿਰਪਾ ਹੋਈ, ਮਿਹਰ ਹੋਈ। ਇਹ ਮਾਇਆ ਤੋਂ ਮੈਂ ਤਾਂ ਬਚਿਆ ਹਾਂ, ਮੈਨੂੰ ਪਿਆਰਾ ਉਦੋਂ ਮਿਲਿਆ ਸਾਧ ਸੰਗਤ ਨਿਧ ਮੋਰੈ, ਜਦੋਂ ਮੇਰੀ ਜ਼ਿੰਦਗੀ ਦੇ ਵਿੱਚ ਸੱਚੀ ਸੰਗਤ ਦੀ ਜ਼ਿੰਦਗੀ ਦੇ ਵਿੱਚ ਵਾਸਾ ਆਇਆ, ਸੰਗਤ ਦਾ ਸਹਾਰਾ ਮੈਨੂੰ ਮਿਲਿਆ ਹੈ। ਇਹ ਗੱਲ ਜਦੋਂ ਆਪਾਂ ਜੀਵਨ ਪੜ੍ਹੀਏ, ਸੱਜਣ ਠੱਗ ਦੀ ਕਹਾਣੀ ਸਾਖੀ ਅਸੀਂ ਸਾਰਿਆਂ ਨੇ ਸੁਣੀ ਹੈ। ਸੰਗਤ ਦਾ ਕੀ ਪ੍ਰਭਾਵ ਪੈਂਦਾ ਹੈ, ਇਹ ਅਸੀਂ ਸੱਜਣ ਠੱਗ ਦੀ ਸਾਖੀ ਤੋਂ ਅਸੀਂ ਸੁਣ ਲੈਂਦੇ ਹਾਂ, ਪੜ੍ਹ ਲੈਂਦੇ ਹਾਂ। ਸੰਗਤ ਸੱਚੇ ਗੁਰੂ ਕੀ, ਸੰਗਤ ਅਜਿਹੀ ਗੁਰੂ ਦੀ ਹੈ ਜਿਸ ਦੇ ਕੀਤਿਆਂ ਹੋਇਆ ਵੱਡੇ ਵੱਡੇ ਠੱਗ ਵੀ, ਜਿਹੜੇ ਮਾਇਆ ਕਰਕੇ ਦੁਨੀਆ ਨੂੰ ਠੱਗਦੇ ਨੇ। ਕਿਉਂਕਿ ਇੱਥੇ ਬਚਨ ਹੀ ਹੈ ਜਿਹਾ ਆਇਆ ਹੈ, ਕੋਈ ਐਸਾ ਹੋਮੈ ਤੋਰੈ, ਇਸ ਮੀਠੀ ਤੇ ਇਹ ਮਨ ਹੋ ਰਿਹਾ। ਕੋਈ ਹੈ ਜਿਹਾ ਗੁਰੂ ਕਾ ਸਿੱਖੜਾ, ਜਿਹਦੇ ਦਰਸ਼ਨ ਕੀਤਿਆਂ ਹੋਇਆਂ ਇਹ ਮਾਇਆ ਦੀ ਭੁੱਖ ਲੈ ਜਾਏ। ਤੁਲੰਬੇ ਦੀ ਧਰਤੀ ਦੇ ਉੱਤੇ ਜਦੋਂ ਗੁਰੂ ਨਾਨਕ ਮਹਾਰਾਜ ਜੀ ਪੁੱਜਦੇ ਨੇ, ਸਭ ਤੋਂ ਪਹਿਲਾਂ ਸੱਜਣ ਠੱਗ ਨੇ ਇੱਕ ਸਰਾਹ ਬਣਾਈ ਹੈ ਧਰਮਸ਼ਾਲਾ ਦੇ ਨਾਂ ਦੇ ਉੱਤੇ, ਕਿ ਦੂਰੋਂ ਦਰਾਡਿਓਂ ਆਏ ਹੋਏ ਰਾਹੀ ਇੱਥੇ ਆਰਾਮ ਕਰ ਸਕਣ, ਰਾਤਾਂ ਕੱਢ ਸਕਣ। ਤੇ ਚੰਗਾ ਵੀ ਸੀ, ਆਏ ਗਏ ਰਾਹੀ ਦਾ ਸਤਿਕਾਰ ਕਰਦਾ ਸੀ, ਸਾਜੋ ਸਮਾਨ ਸਾਂਭਦਾ ਸੀ। ਹੌਲੀ ਹੌਲੀ ਸਮਾਂ ਪੈਣ ਤੇ ਮਨ ਬਿਰਤੀ ਵਿਗੜ ਗਈ। ਹੁਣ ਉਸੇ ਸਮਾਨ ਦੇ ਵਿੱਚੋਂ ਜੇ ਕਿਸੇ ਕੋਲ ਪੈਸਾ ਟਕਾ ਹੁੰਦਾ ਜਾਂ ਗਹਿਣੇ ਹੁੰਦੇ, ਇਹ ਸਾਰੇ ਖੋਹ ਲੈਂਦਾ, ਲੁੱਟ ਮਾਰ ਕਰਦਾ। ਗੁਰੂ ਨਾਨਕ ਮਹਾਰਾਜ ਜੀ ਇਹਦੇ ਕੋਲ ਪੁੱਜਦੇ ਨੇ ਤੇ ਇਹਨੂੰ ਗਿਆਨ ਦਿੰਦੇ ਨੇ, ਹੇ ਸੱਜਣਾ, ਜਿਹੜੇ ਤੂੰ ਧਨ ਪਿੱਛੇ ਆਪਣੇ ਜੀਵਨ ਨੂੰ ਅਜਾਈਂ ਗਵਾ ਰਿਹਾ, ਜਿਸ ਦੌਲਤ ਦੇ ਪਿੱਛੇ ਦੁਨੀਆ ਨੂੰ ਤੂੰ ਮਾਰ ਰਿਹਾ, ਇਹ ਧਨ ਤੇਰੇ ਨਾਲ ਵੀ ਨਿਭਣਾ ਨਹੀਂ। ਵੇਖੋ ਕਿਹੋ ਜਿਹਾ ਸਮਾਂ ਹੋਏਗਾ ਜਦੋਂ ਗੁਰੂ ਨਾਨਕ ਮਹਾਰਾਜ ਜੀ ਦੇ ਦਰਸ਼ਨ ਇਹ ਸੱਜਣ ਠੱਗ ਕਰਦਾ। ਇੱਕ ਹੀ ਸਵਾਲ ਕਰਦੇ ਨੇ, ਸੱਜਣਾ ਨਾਮ ਕਿੱਡਾ ਸੋਹਣਾ, ਕੰਮ ਤੇਰਾ ਠੱਗੀਆਂ ਵਰਗਾ ਹੈ। ਸੱਜਣਾ ਵਰਗੇ ਕੰਮ ਕਰ, ਸੱਜਣ ਹੈ। ਤੇ ਆਪ ਜੀ ਨੇ ਸੂਹੀ ਰਾਗ ਵਿੱਚ ਉਹ ਸ਼ਬਦ ਪੜਿਆ ਵੀ ਹੋਏਗਾ ਤੇ ਯਾਦ ਵੀ ਹੋਏਗਾ, ਉਜਲ ਕਹਿਹਾ ਚਿਲਕਣਾ, ਕੋਟਿਮ ਕਾਲੜੀ ਮਸ, ਤੋਤਿਆਂ ਝੂਠ ਨਾ ਉਤਰੈ, ਜੇ ਸੋ ਧੋਵਾ ਤਿਸ, ਸੱਜਣ ਸਹੀ ਨਾਲ ਮੈਂ
ਚਲਦਿਆਂ ਨਾਲ ਚੱਲਣ, ਜਿੱਥੇ ਲੇਖਾ ਮੰਗੀਐ ਤਿੱਥੇ ਖੜੇ ਦੇ ਸਨ। ਕਹਿੰਦੇ ਅਜਿਹਾ ਕੰਮ ਕਰ, ਅਜੇ ਸੱਜਣ ਮਿੱਤਰ ਬਣਾ, ਜਿੰਦੇ ਬਣਾਇਆ ਹੋਇਆ ਤੇਰੀ ਜ਼ਿੰਦਗੀ ਵਿੱਚ ਖੇੜਾ ਵਿਗਾਸ ਤੇ ਆਨੰਦ ਆ ਸਕੇ। ਕਹਿੰਦੇ ਤੇਰੀ ਹਾਲਤ ਉਹ ਹੈ ਕਹਿ ਦਾ ਭਾਂਡਾ ਹੈ, ਦੇਖਣ ਨੂੰ ਕਿੰਨਾ ਸੋਹਣਾ ਹੈ, ਪਰ ਜਦੋਂ ਮਨ ਲੱਗਦੇ ਧੋਤਾ ਜਾਂਦਾ ਹੈ ਤੇ ਕਹਿੰਦੇ ਹੋਰ ਕਾਲਕ ਉਹਦੇ ਅੰਦਰੋਂ ਨਿਕਲਦੀ ਹੈ। ਕਹਿੰਦੇ ਤੂੰ ਕਿੱਡਾ ਸੋਹਣਾ ਸਰੂਪ ਬਣਾਇਆ ਹੈ, ਪਰ ਓਨੀ ਹੀ ਤੇਰੇ ਅੰਦਰ ਮੈਲ ਹੈ, ਓਨੀ ਤੇਰੇ ਅੰਦਰ ਕਾਲਕ ਹੈ। ਸਿਮਰ ਰੂਪ ਸਰੀਰ ਮੈਜਣ ਦੇਖ ਭੁਲਨ। ਕਹਿੰਦੇ ਸਿਮਲਦਾਰੋ ਕਿੱਡਾ ਲੰਮਾ, ਪਰ ਇੱਕ ਗੱਲ ਯਾਦ ਰੱਖੀ, ਉਹਨੂੰ ਫਲ ਵੀ ਲੱਗੇ ਹੋਣਗੇ, ਪੰਛੀ ਆ ਕੇ ਉਹਨੂੰ ਖਾਂਦੇ ਵੀ ਨੇ, ਪਰ ਨਿਰਾਸ਼ ਹੋ ਕੇ ਚਲੇ ਜਾਂਦੇ ਨੇ। ਇਸੇ ਤਰ੍ਹਾਂ ਹੀ ਤੇਰੀ ਜ਼ਿੰਦਗੀ ਨੂੰ ਤੇਰੇ ਕਮਾਏ ਹੋਏ ਗੁਣ ਨੇ। ਮਿੱਠਤ ਨੀਮੀ ਨਾਨਕਾ ਗੁਣ ਚੰਗਿਆਈਆਂ ਤਤ, ਮਿਠਾਸ ਨਿਮਰਤਾ ਸਤ ਸੰਤੋਖ ਤੇ ਗਿਆਨ ਆਪਣੀ ਜ਼ਿੰਦਗੀ ਦੇ ਵਿੱਚ ਲੈ ਕੇ ਆ। ਸੱਜਣਾ ਵਾਲੇ ਕੰਮ ਕਰ। ਗੁਰੂ ਨਾਨਕ ਮਹਾਰਾਜ ਜੀ ਦੇ ਚਰਨੀ ਪੈਂਦਾ, ਗਿਆਨ ਮੰਗਦਾ, ਦਾਤਾ ਮੰਗਦਾ ਨਾਮ ਦੀਆਂ, ਕਿ ਮੈਂ ਮਾਇਆ ਦੇ ਪਿੱਛੇ ਖੱਜਰ ਖਵਾਲ ਹੋਇਆ ਪਿੱਛਾ ਸਾਂ, ਆਪਣੀ ਜ਼ਿੰਦਗੀ ਨੂੰ ਅਜਾਈ ਗਵਾ ਰਿਹਾ ਸਾਂ। ਦਾਤਾ ਜੀ ਕਿਰਪਾ ਕਰੋ, ਇਸ ਪਾਪੀ ਨੂੰ, ਇਸ ਮੰਦ ਭਾਗੀ ਨੂੰ ਆਪਣੇ ਨਾਮ ਦੀਆਂ ਦਾਤਾਂ ਤੇ ਸੰਗਤ ਦੀ ਦਾਤ ਬਖਸ਼ਿਸ਼ ਕਰੋ। ਭਗਤ ਸਹਿਬਾਨਾਂ ਨੇ ਜਿੱਥੇ ਕਿ ਸੰਗਤ ਦੀ ਗੱਲ ਕੀਤੀ ਹੈ, ਭਗਤ ਰਵਿਦਾਸ ਜੀ ਬੜੀ ਬੇਨਤੀ ਕਰਦੇ ਨੇ, ਕਹਿੰਦੇ ਮੇਰੀ ਸੰਗਤ ਪੋਚ। ਇਹ ਬੇਨਤੀ ਹੈ, ਅਸੀਂ ਵੀ ਇਹ ਬੇਨਤੀ ਕਰਨੀ ਸਿੱਖ ਜੀਏ ਗੁਰੂ ਅੱਗੇ ਆ ਕੇ। ਅਸੀਂ ਇਹ ਨਾ ਕਹੀਏ, ਅਸੀਂ ਦਾਅਵੇ ਕਰਨੇ ਮੈਂ ਬੜਾ ਚੰਗਾ, ਮੇਰੇ ਵਰਗਾ ਤਾਂ ਚੰਗਾ ਹੀ ਕੋਈ ਨਹੀਂ, ਮੇਰੇ ਵਰਗਾ ਸਿਆਣਾ ਕੋਈ ਨਹੀਂ। ਪਰ ਜਦੋਂ ਬੇਨਤੀ ਤੇ ਅਰਦਾਸ ਕਰਨੀ ਹੈ, ਭਗਤ ਰਵਿਦਾਸ ਜੀ ਨੂੰ ਪੁੱਛੋ ਕਿ ਜਦੋਂ ਸੰਗਤ ਦੀਆਂ ਦਾਤਾਂ ਲੈਣੀਆਂ ਹੋਣ, ਗੁਰੂ ਦੀਆਂ ਦਾਤਾਂ ਲੈਣੀਆਂ ਹੋਣ, ਕਿਵੇਂ ਦਾਤਾਂ ਲਈਆਂ ਜਾਂਦੀਆਂ ਨੇ। ਕਹਿੰਦੇ ਮੇਰੀ ਸੰਗਤ ਪੋਚ। ਕਿਉਂਕਿ ਇੱਥੇ ਬਚਨ ਦੀ ਆਪਾਂ ਗੱਲ ਕਰਦੇ ਹਾਂ, ਵਿਸ਼ੇ ਵਿੱਚ ਗੱਲ ਹੋ ਰਹੀ ਹੈ, ਵਿਸ਼ੇ ਤੋਂ ਪਰ ਕਰਨ ਤੋਂ ਬਾਹਰ ਹੈ ਕਿ ਆਪਾਂ ਗੱਲ ਨਹੀਂ ਕਰ ਰਹੇ। ਮੈਂ ਆਪ ਜੀ ਦੇ ਨਾਲ ਪੰਕਤੀ ਸਾਂਝੀ ਕਰ ਦਵਾਂ ਪਹਿਲਾਂ। ਕਹਿੰਦੇ ਕਹੋ ਨਾਨਕ ਕਿਰਪਾ ਭਈ ਸਾਧ ਸੰਗਤ ਨਿਧ ਮੋਰੈ। ਜਦੋਂ ਗੁਰੂ ਦੀ ਸੰਗਤ ਦੀ ਕਿਰਪਾ ਹੋਈ, ਮਿਹਰ ਹੋਈ, ਭਗਤ ਰਵਿਦਾਸ ਜੀ ਬੇਨਤੀ ਕਰਦੇ ਨੇ, ਕਹਿੰਦੇ ਮੇਰੀ ਸੰਗਤ ਪੋਚ। ਮੇਰੀ ਸੰਗਤ ਬਹੁਤ ਮਾੜੀ ਹੈ, ਮੇਰੀ ਵੇਖਣੀ ਬੜੀ ਮਾੜੀ ਹੈ, ਮੇਰੀ ਸੋਚਣੀ ਬੜੀ ਮਾੜੀ ਹੈ, ਮੇਰਾ ਚੱਲਣਾ ਬੜਾ ਮਾੜਾ ਹੈ। ਮੇਰੀ ਸੰਗਤ ਪੋਚ, ਸੋਚ ਦਿਨ ਰਾਤੀ, ਮੇਰਾ ਕਰਮ ਕੁਟਿਲਤਾ ਜਨਮ ਕੋ ਭਾਂਤੀ। ਕਹਿੰਦੇ RAM ਗੁਸਈਆ ਜੀਅ ਕੇ ਜੀਵਣਾ, ਮੋਹਿ ਨਾ ਵਿਸਾਰੋ ਮੈਂ ਜਨ ਤੇਰਾ। ਮੈਨੂੰ ਆਪਣਾ ਜਨ ਬਣਾ ਲੈ, ਮੈਨੂੰ ਆਪਣਾ ਬੱਚਾ ਬਣਾ ਲੈ। ਜਿਵੇਂ ਅੱਜ ਸੱਜਣ ਠੱਗ ਗੁਰੂ ਨੂੰ ਕਹਿੰਦਾ, ਦਾਤਾ ਜੀ ਮੈਨੂੰ ਸੱਜਣ ਦੀ ਦਾਤ ਦੇ, ਜਿਹੜਾ ਮੈਂ ਸਾਰਿਆਂ ਵਿੱਚ ਸੱਜਣ ਮਿੱਤਰ ਬਣ ਕੇ ਤੇਰੇ ਨਾਮ ਦੀਆਂ ਗੁਣਾ ਦਾਤਾਂ ਨੂੰ ਮੈਂ ਵੰਡ ਸਕਾਂ। ਤੇ ਗੁਰੂ ਸਾਹਿਬ ਨੇ ਉਹਨੂੰ ਪ੍ਰਚਾਰਕ ਬਣਾਇਆ ਸੀ। ਗੁਰੂ ਮਹਾਰਾਜ ਨੇ ਉਹਨੂੰ ਦਾਤਾਂ ਦਿੱਤੀਆਂ ਕਿ ਤੂੰ ਇਹ ਗੱਲ ਇੱਥੇ ਨਹੀਂ, ਆਪਣੇ ਜੀਵਨ ਦਾ ਵੀ ਪ੍ਰਚਾਰ ਕਰੇਗਾ। ਤੇਰੇ ਅੰਦਰੋਂ ਰੱਬੀ ਰੂਹ ਦੇ ਨਾਮ ਦੀ ਗੱਲ ਹੋਏਗੀ, ਜੇ ਇੱਕ ਮਨ ਇੱਕ ਚੇਤ ਹੋ ਕੇ ਗੱਲਾਂ ਕਰੇਗਾ। ਭਗਤ ਰਵਿਦਾਸ ਜੀ ਕਹਿੰਦੇ ਮਾਲਣ ਭਈ ਮਤ ਮਾਧਵਾ, ਮਾਰਾ ਮੇਰੀ ਮਤ ਮਲੀਨ ਹੋ ਗਈ, ਕਿਰਪਾ ਕਰ ਆਪਣੇ ਚਰਨਾਂ ਨਾਲ ਜੋੜ ਲੈ। ਕਹਿੰਦੇ ਮੇਰੀ ਸੰਗਤ ਪੋ ਸੋਧੀ ਰਾਤੀ, ਮੇਰਾ ਕਰਮ ਕੁਟਿਲਤਾ ਜਨਮ ਕੋ ਭਾਂਤੀ। RAM ਗੁਸਈਆ ਜੀ ਕੇ ਜੀਵਨਾ, ਮੋਹਿ ਨਾ ਵਿਸਾਰੋ ਮੈਂ ਜਨ ਤੇਰਾ। ਮੇਰੀ ਹਰੋ ਬਿਪਤ, ਮੇਰੀ ਬਿਪਤਾ ਨੂੰ ਹਰ ਲਓ, ਕੱਟ ਦਓ। ਜਨ ਕਰੋ ਸੁਭਾਈ, ਚਰਨ ਨਾ ਛਾਡੋ, ਸਰੀਰ ਕਲ ਜਾਈ। ਕੋ ਰਵਿਦਾਸ ਪਰੋਂ ਤੇਰੀ ਸੰਭਾ, ਬੇਗ ਮਿਲੋ ਜਨ ਕਰ ਨਾ ਬਿਲੰਬਾ। ਮੇਰੀ ਹੱਥ ਜੋੜ ਕੇ ਇਹ ਅਰਦਾਸ ਹੈ, ਇਹ ਬੇਨਤੀ ਹੈ ਕਿ ਦੇਰੀ ਨਾ ਲਾਵੋ, ਮੈਨੂੰ ਛੇਤੀ ਆਪਣੀ ਗਲਵਕੜੀ ਨਾ ਲਾਓ। ਮੈਨੂੰ ਸੰਗਤ ਦੀਆਂ ਦਾਤਾਂ ਬਖਸ਼ ਦੇਵੋ, ਮੈਨੂੰ ਨਾਮ ਦੀਆਂ ਦਾਤਾਂ ਬਖਸ਼ ਦੇਵੋ, ਮੇਰੇ ਉੱਤੇ ਕਿਰਪਾ ਕਰ ਦੇਵੋ, ਰਹਿਮਤਾਂ ਵਰਤਾ ਦੇਵੋ। ਸੰਗਤ ਜੀ ਅਸੀਂ ਵੀ ਆ ਕੇ ਰੋਦਾ ਇਹ ਅਰਦਾਸਾਂ ਕਰੀਏ, ਸੱਚੇ ਪਾਤਸ਼ਾਹ ਜਿੱਥੇ ਤੂੰ ਸਾਨੂੰ ਇਹ ਦੁਨੀਆ ਬਖਸ਼ੀ ਹੈ, ਦੁਨੀਆ ਦੇ ਪਦਾਰਥ ਬਖਸ਼ੇ ਹਨ, ਇਹ ਅਰਦਾਸ ਹੈ ਆਪਣੇ ਚਰਨਾਂ ਨਾਲ ਜੋੜੀ ਰੱਖੀ, ਆਪਣੀ ਸੰਗਤ ਨਾਲ ਜੋੜੀ ਰੱਖੀ।
ਕਿਉਂਕਿ ਤੇਰੇ ਤੋਂ ਟੁੱਟ ਕੇ ਸਾਡਾ ਜੀਵਨ ਅਧੂਰਾ ਹੈ, ਸਾਡਾ ਜੀਵਨ ਵਿਅਰਥ ਹੈ। ਮਿਹਰ ਬਖਸ਼ਿਸ਼ ਕਰ ਦਿਆ ਜੇ। ਇਹ ਤੁਸੀਂ ਜੇ ਜਿੰਦੇ ਕੋਲ ਆਇਆ ਹੋਇਆ ਹਉਮੈ ਦੇ ਰੋਗ, ਮਾਇਆ ਦੇ ਰੋਗ ਕੱਟੇ ਜਾਂਦੇ ਨੇ। ਤੇਰੇ ਤੋਂ ਬਿਨਾ ਸਾਡਾ ਕੋਈ ਸਹਾਰਾ ਨਹੀਂ। ਮੋਕੋ ਤਾਰ ਲੈ ਰਾਮਾ, ਤਾਰ ਲੈ ਮੈਂ ਅਜਾਨ ਜਨ ਤਰਬੇ ਨਾ ਜਾਣੋ, ਬਾਪ ਬੀਠਲਾ ਬਾਹਾਂ ਦੇ। ਸਤਿਗੁਰ ਜੀ ਕਿਰਪਾ ਕਰਨ, ਸਾਨੂੰ ਸਾਰਿਆਂ ਨੂੰ ਨਾਮ ਦੀਆਂ ਦਾਤਾਂ, ਨਿਤਨੇਮ ਦੀਆਂ ਦਾਤਾਂ ਬਖਸ਼ ਕੇ ਨਿਵਾਜਨ, ਜਾ ਕੇ ਅਸੀਂ ਰੋਜ਼ ਦੇ ਨੇਮ ਦੇ ਵਿੱਚ ਰਹਿ ਕੇ ਸਤਿਗੁਰ ਜੀ ਦਾ ਆਸਰਾ ਤੱਕਦੇ ਰਹੀਏ, ਬਾਣੀ ਪੜ੍ਹ ਦਈਏ, ਉਹਦੇ ਨਾਮ ਨਾਲ ਜੁੜੇ ਰਹੀਏ। ਕਿਉਂਕਿ ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਹਿ, ਕਿਆ ਤੁਧ ਕਰਮ ਕਮਾਇਆ, ਕੇ ਕਰਮ ਕਮਾਇਆ ਤੁਧ ਸਰੀਰਾ, ਜਾ ਤੂੰ ਜਗ ਮੈਂ ਆਇਆ। ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨ ਵਸਾਇਆ, ਗੁਰ ਪ੍ਰਸਾਦੀ ਹਰ ਮਨ ਵਸਿਆ, ਪੁਰਬ ਲਿਖਿਆ ਪਾਇਆ। ਕਹੇ ਨਾਨਕ ਇਹ ਸਰੀਰ ਪਰਵਾਨ ਹੁਆ, ਜਿਨ ਸਤਿਗੁਰ ਸਿਉ ਚਿਤ ਲਾਇਆ। ਜਿਨ੍ਹਾਂ ਨੇ ਤੇਰੇ ਨਾਲ ਚਿੱਤ ਲਾਇਆ, ਜਿਨ੍ਹਾਂ ਨੇ ਤੇਰੇ ਨਾਲ ਪ੍ਰੇਮ ਕੀਤਾ ਦਾਤਾ ਜੀ, ਉਹਨਾਂ ਦਾ ਹੀ ਆਇਆ ਹੋਇਆ ਪਰਵਾਨ ਹੈ, ਤੇ ਸਾਡਾ ਵੀ ਆਇਆ ਹੋਇਆ ਸਫਲਾ ਹੋ ਸਕੇ। ਬੇਨਤੀ ਕਰਦਿਆਂ ਹੋਇਆਂ, ਕਥਾ ਵਿਚਾਰ ਗੁਰੂ ਕੀ ਕਹਾਣੀਆਂ ਸੁਣਾਉਂਦਿਆਂ ਹੋਇਆਂ ਅਨੇਕਾਂ ਭੁੱਲਾਂ ਗਲਤੀਆਂ ਹੁੰਦੀਆਂ ਹਨ। ਸੰਗਤ ਜੀ, ਸਤਿਗੁਰ ਜੀ ਅੱਗੇ ਅਰਦਾਸ ਹੈ ਕਿ ਆਪ ਜੀ ਕਿਰਪਾ ਕਰਦੇ ਰਹਿਣਾ, ਇਸ ਭੁਲਾਕੜੇ ਜੀਵ ਦੇ ਕੋਲੋਂ ਆਪ ਅੰਦਰ ਵਰਤ ਕੇ ਸਮੱਤ ਦੀ ਦਾਤਾਂ ਬਖਸ਼ਣਾ ਤੇ ਗਿਆਨ ਵਿੱਚ ਹੋਰ ਵਾਧੇ ਕਰਨੇ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਆਪ ਸੰਗਤ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਖਸ਼ਨਹਾਰ ਬਖਸ਼ ਲੈਣਾ। ਫਤਿਹ ਨਾਲ ਪਾਓ ਸਾਂਝ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰ ਵਿਚਾਰ ਨਾਨਕ ਬੇੜੀ ਸੱਚ ਕੀ, ਤਰੀਏ